बदलाखोरी की नीति के तहत कल मेरे परिवार से कई जगह के उत्ते छापे मारे इनफोर्समेंट डायरैक्टरेट वालों स्पैशल दिल्ली तो जोड़े हैड ऑफिस तो उन्होंने हदायतां सीगियां सारी टीम्स नूं ਉਹਦੇ ਬਾਰੇ ਥੋੜਾ ਜਿਹਾ ਮੈਂ ਤੁਹਾਡੇ ਨਾਲ ਜੋ ਤੱਥ ਨੇ ਉਹਦੇ ਬਾਰੇ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਸ਼ੁਰੂਆਤ ਵਿੱਚ ਕਿ ਬਿਲਕੁਲ ਘਬਰਾਉਣਾ ਨਹੀਂਗਾ, ਮੇਰੀ ਸਿਹਤ ਤੇ ਕੋਈ ਅਸਰ ਨਹੀਂ। ਇਦਾਂ ਦੇ ਹਜ਼ਾਰਾਂ ਰੇਡ ਕਰਕੇ ਦੇਖ ਲੈਣ, ਅਗਰ ਉਹ ਸਮਝਦੇ ਨੇ ਬੀਜੇਪੀ ਦੀ ਸਰਕਾਰ ਕਿ ਇਸ ਤਰ੍ਹਾਂ ਕਿਸੇ ਨੂੰ ਧਮਕਾ ਕੇ ਜਾਂ ਰੇਡ ਕਰਕੇ ਜਾਂ ਸੀਬੀਆਈ ਦੇ ਰੇਡ ਕਰਕੇ ਸਾਡੀ ਜ਼ੁਬਾਨ ਬੰਦ ਕਰਾ ਲੈਣਗੇ, ਜੋ ਅਸੀਂ ਲੋਕਾਂ ਦੇ ਹਕੂਕ ਲਈ ਬੋਲਦੇ ਆ ਜਾਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲੇ ਆ ਜਾਂ ਨਵਰੀਤ ਸਿੰਘ ਦੇ ਹੋਏ ਕਤਲ ਦੇ ਮੁਤਲਕ ਬੋਲੇ ਆ ਜਾਂ ਜੋ ਤਸ਼ੱਦਦ ਢਾਇਆ ਗਿਆ ਸਾਡੇ ਪੰਜਾਬ ਦੇ ਨੌਜਵਾਨ ਤਬਕੇ ਦੇ ਉੱਤੇ, ਚਾਹੇ ਉਹ ਨੋਦੀਪ ਕੌਰ ਸੀ ਤੇ ਚਾਹੇ ਉਹ ਸ਼ਿਵ ਕੁਮਾਰ ਸੀ ਤੇ ਚਾਹੇ ਉਹ ਲੱਖੇ ਸਿਧਾਣੇ ਦੇ ਖਿਲਾਫ ਮੁਕੱਦਮਾ ਵਾ ਤੇ ਚਾਹੇ ਉਹ ਦੀਪ ਸਿੱਧੂ ਨੂੰ ਫੜ ਕੇ ਅੰਦਰ ਦਿੱਤਾ, ਚਾਹੇ ਉਹ ਰਣਜੀਤ ਸਿੰਘ ਨੂੰ ਕਿਸ ਤਰ੍ਹਾਂ ਨਾਲ ਲੰਗਰ ਚੋਂ ਚੱਕ ਕੇ ਬੀਜੇਪੀ ਦੇ ਤੇ ਆਰਐਸਐਸ ਦੇ ਪੇਡ ਬਦਮਾਸ਼ਾਂ ਨੇ ਉਸ ਨੂੰ ਟੌਰਚਰ ਕੀਤਾ, ਕੁੱਟਿਆ, ਪੁਲਿਸ ਵਾਲੇ ਨੇ ਉਹਦੇ ਮੂੰਹ ਦੇ ਉਹਦੀ ਪੱਗ ਤੇ ਉਹਦੀ ਦਾੜੀ ਦੇ ਉੱਤੇ ਪੈਰ ਰੱਖ ਕੇ ਉਸ ਨੂੰ ਮਿੱਧਣ ਦੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਜਾਰਜ ਫਲੋਇਡ ਇੱਕ ਕਾਲੇ ਨਾਗਰਿਕ ਦੇ ਨਾਲ ਉੱਥੋਂ ਦੇ ਇੱਕ ਗੋਰੇ ਪੁਲਿਸ ਵਾਲੇ ਨੇ ਕੀਤਾ। ਜਿਹੜਾ ਕੈਂਪੇਨ ਆਫ ਹਿਊਮਨ ਰਾਈਟਸ, ਜਿਹੜਾ ਮਾਈ ਵੌਇਸ ਅਗੇਂਸਟ ਅਟਰੋਸਿਟੀਜ਼, ਅਗੇਂਸਟ ਪੁਲਿਸ ਬਰੂਟੈਲਿਟੀ, ਅਗੇਂਸਟ ਟੌਰਚਰ, ਅਗੇਂਸਟ ਵਾਇਲੇਸ਼ਨ ਆਫ ਹਿਊਮਨ ਰਾਈਟਸ ਇਨ ਦਿਸ ਕੰਟਰੀ, ਇਹ ਬੰਦ ਨਹੀਂ ਹੋਵੇਗੀ, ਬਿਲਕੁਲ ਬੰਦ ਨਹੀਂ ਹੋਵੇਗੀ। ਔਰ ਇਦਾਂ ਦੇ ਈਡੀ ਦੇ ਨੋਟਿਸਸ ਉਹਨਾਂ ਨੇ ਕਈ ਐਕਟਰਸ ਤਾਪਸੀ ਪੰਨੂ ਜਾਂ ਅਨੁਰਾਗ ਕਸ਼ਪ, ਦਲਜੀਤ ਦੋਸਾਂਝ, ਬਹੁਤ ਸਾਰੇ ਪੰਜਾਬ ਦੇ ਹੋਰ ਹੋਣਹਾਰ ਆਰਟਿਸਟ, ਲੋਕਾਂ ਨੂੰ ਈਡੀ ਦੇ ਬਹੁਤ ਸਾਰੇ ਨੋਟਿਸਸ, ਇਨਕਮ ਟੈਕਸ ਦੀਆਂ ਰੇਡਸ ਹੋਈਆਂ ਹੋਣਗੀਆਂ। ਪਰ ਜਿਹੜਾ ਕੱਲ ਉਹਨਾਂ ਨੇ ਆਣ ਕੇ ਮੇਰੇ ਹਕੂਕ ਦੇ ਉੱਤੇ ਡਾਕਾ ਮਾਰਿਆ, ਕਿਉਂਕਿ ਇੱਕ ਪਾਸੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਜਦੋਂ ਸਵੇਰੇ ਟੀਮ ਆਈ ਆ, ਮੈਂ ਉਹਨਾਂ ਨੂੰ ਕਿਹਾ ਮੈਂ ਮੈਂਬਰ ਆ, ਮੈਂ ਫਾਰਮਲ ਲੀਡਰ ਆਫ ਆਪੋਜੀਸ਼ਨ ਹੈ ਤੇ ਮੈਂ ਆਪਣਾ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨਾ, ਤਾਂ ਤੁਸੀਂ ਮੇਰੀ ਪ੍ਰੈਮਿਸਿਸ, ਮੇਰੀ ਕੋਠੀ ਨੂੰ, ਮੇਰੇ ਘਰ ਨੂੰ ਜਿੰਨਾ ਮਰਜ਼ੀ ਸਰਚ ਕਰੋ, ਜੀ ਸਭ ਕੇ ਸਰਚ ਕਰੋ, ਕਿਉਂਕਿ ਮੈਂ ਤਾਂ ਕਦੀ ਕੋਈ ਮਨੀ ਲਾਂਡਰਿੰਗ, ਡਰੱਗ ਮਨੀ, ਇਹਦੇ ਨਾਲ ਕੋਈ ਦੂਰ ਦਾ ਸਰੋਕਾਰ ਵੀ ਨਹੀਂਗਾ। ਪਰ ਉਹ ਟੀਮ, ਉਹਨਾਂ ਨੂੰ ਦਿੱਲੀੋਂ ਦੁਬਾਰਾ ਹਦਾਇਤਾਂ ਆ ਰਹੀਆਂ ਸੀ, ਟੈਲੀਫੋਨ ਜਾ ਕੇ ਸੁਣਦੇ ਸੀ ਬਾਹਰ, ਉਹਨਾਂ ਨੇ ਸਾਡੇ ਕੋਲੋਂ ਮੇਰੇ ਫੋਨਸ ਸਾਰੇ ਰਖਾ ਲਏ, ਖੋਲੇ। ਮੈਂ ਕਿਹਾ ਘੱਟੋ ਘੱਟ ਮੈਨੂੰ ਸਪੀਕਰ ਵਿਧਾਨ ਸਭਾ ਨੂੰ ਤਾਂ ਇਨਫੋਰਮ ਕਰ ਲੈਂਦੇ, ਯੂ ਹੈਵ ਟੂ ਇਨਫੋਰਮ ਹਿਮ ਕਿ ਵਿਧਾਨ ਸਭਾ ਸੈਸ਼ਨ ਵਿੱਚ ਆ ਤੇ ਤੁਸੀਂ ਮੈਨੂੰ ਇੱਥੇ ਵਿਦਆਊਟ ਐਨੀ ਕੋਈ ਇਸ ਤਰ੍ਹਾਂ ਦੇ ਵਾਰੰਟ ਕਿ ਮੈਨੂੰ ਤੁਸੀਂ ਡਿਟੇਨ ਕਰ ਰਹੇ ਹੋ, ਤੁਸੀਂ ਸਰਚ ਦੇ ਵਾਰੰਟਸ ਲੈ ਕੇ ਆਓ, ਸਰਚ ਕਰ ਲਓ। ਪਰ ਉਹਨਾਂ ਨੇ ਮੈਨੂੰ ਵਿਧਾਨ ਸਭਾ ਵਿੱਚ ਨਹੀਂ ਜਾਣ ਦਿੱਤਾ। ਖੈਰ, ਜੋ ਵਿਧਾਨ ਸਭਾ ਦੇ ਵਿੱਚ ਕੱਲ ਮੇਰੀ ਗੈਰ ਹਾਜ਼ਰੀ ਵਿੱਚ ਤੇ ਅੱਜ ਵਿਧਾਨ ਸਭਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ, ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਨਿੰਦਾ ਪ੍ਰਸਤਾਵ ਪੰਜਾਬ ਦੀ ਵਿਧਾਨ ਸਭਾ ਇਸ ਕੱਲ ਦੇ ਈਡੀ ਦੇ ਰੇਡ ਨੂੰ ਲੈ ਕੇ, ਬਦਲਾਖੋਰੀ ਦੀ ਰਾਜਨੀਤੀ ਨੂੰ ਲੈ ਕੇ ਉਹ ਆ ਰਹੇ ਨੇ। ਮੈਂ ਸਭ ਦਾ, ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ, ਬਹੁਤ ਸਾਰੇ ਮੈਂਬਰਸ ਨੇ ਮੇਰੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ। ਅੱਜ ਨਵਜੋਤ ਸਿੰਘ ਸਿੱਧੂ ਨੇ ਔਰ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਬ੍ਰਹਮ ਮਹਿੰਦਰਾ ਜੀ ਨੇ ਤੇ ਸਪੀਕਰ ਜਿਹੜੇ ਰਾਣਾ ਕੇਪੀ ਸਿੰਘ ਆ, ਉਹਨਾਂ ਨੇ ਸਾਰਿਆਂ ਨੇ ਕੋਗਨੀਜੈਂਸ ਲੈ ਕੇ ਜਿਹੜਾ ਕੰਵਰ ਸੰਧੂ ਐਮਐਲਏ ਖਰੜ ਨੇ ਰੈਜ਼ੋਲੂਸ਼ਨ ਮੂਵ ਕੀਤਾ ਸੀਗਾ, ਉਹਦੇ ਤੇ ਉਹਨਾਂ ਨੇ ਬਹੁਤ ਠੋਸ ਗੱਲਾਂ ਹਾਊਸ ਦੇ ਵਿੱਚ ਔਨ ਰਿਕਾਰਡ ਲੈ ਕੇ, ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ। ਅਕਾਲੀ ਦਲ ਦੇ ਵੀ ਕੱਲ ਮੈਂਬਰਸ ਨੇ ਮੇਰੇ ਜਾਂ ਬਦਲਾਖੋਰੀ ਦੀ ਰਾਜਨੀਤੀ ਨੂੰ ਕੰਡੈਮ ਕੀਤਾ। ਇਸ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਡੈਮੋਕ੍ਰੈਟਿਕ ਅਕਾਲੀ ਦਲ, ਮੇਰੇ ਨਾਲ ਦੇ ਐਮਐਲਏਜ਼ ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਕਮਾਲੂ ਤੇ ਕੰਵਰ ਸੰਧੂ ਕੱਲ ਸਾਰਾ ਦਿਨ ਇੱਥੇ ਧੁੱਪੇ ਬਾਹਰ ਗੇਟ ਦੇ ਮੋਹਰੇ ਖੜ ਕੇ ਉਹਨਾਂ ਨੇ ਬਹੁਤ ਮਦਦ ਸਾਡੇ ਹੱਕ ਵਿੱਚ ਆਵਾਜ਼ ਉਠਾਈ। ਇਸੇ ਤਰ੍ਹਾਂ ਹੀ ਕੁਝ ਟ੍ਰੈਜਰੀ ਬੈਂਚਸ ਵੱਲੋਂ, ਜਿੱਦਾਂ ਕੱਲ ਵੀ ਨਵਜੋਤ ਸਿੰਘ ਸਿੱਧੂ ਨੇ, ਸ਼ਾਇਦ ਮਿਸਟਰ ਚੰਨੀ ਨੇ ਜਿਹੜੇ ਸਾਡੇ ਟੈਕਨੀਕਲ ਐਜੂਕੇਸ਼ਨ ਮਿਨਿਸਟਰ, ਉਹਨਾਂ ਨੇ ਗੱਲ ਕੀਤੀ। ਅੱਜ ਮੈਂ ਸੁਣ ਰਿਹਾ ਸੀਗਾ ਰਵਨੀਤ ਬਿੱਟੂ ਨੇ ਵੀ ਇਹ ਕਿਹਾ ਵਾ ਕਿ ਬਹੁਤ ਇੱਕ ਗੰਦੀ ਰਾਜਨੀਤੀ ਦੇਸ਼ ਵਿੱਚ ਸ਼ੁਰੂ ਕੀਤੀ ਗਈ ਹੈ। ਦੋਸਤੋ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਇਲਜ਼ਾਮ ਮੇਰੇ ਤੇ ਲਾ ਰਹੇ ਨੇ, ਕਿਉਂਕਿ ਅਖਬਾਰਾਂ ਜਿਹੜੀਆਂ ਨੇ ਉਹ ਟਿਊਟਰਡ ਹੁੰਦੀਆਂ ਨੇ, ਅਖਬਾਰਾਂ ਨੇ, ਅੱਜ ਮੈਂ ਚੱਕੀਆਂ ਅਖਬਾਰਾਂ, ਸੋਸ਼ਲ ਮੀਡੀਆ ਤਾਂ ਬਹੁਤ ਇੰਡੀਪੈਂਡੈਂਟ ਹੈ, ਤੁਸੀਂ ਸਾਰੀ ਗੱਲ ਮੇਰੀ ਸੁਣ ਲਈ, ਦੇਖ ਲਈ। ਅਖਬਾਰਾਂ ਨੇ ਫਿਰ ਲਿਖਿਆ ਸੀਗਾ ਕਿ ਖਹਿਰਾਜ਼ ਹਾਊਸ ਰੇਡਡ ਫॉर ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡਾ ਪਰਿਵਾਰ ਪਿਛਲੇ 50 ਸਾਲ ਤੋਂ ਪਬਲਿਕ ਲਾਈਫ 'ਚ, ਪਹਿਲਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹ ਪੰਜਾਬ ਦੀ ਰਾਜਨੀਤੀ 'ਚ ਰਹੇ, ਉਸ ਤੋਂ ਬਾਅਦ ਮੈਂ ਆਇਆ ਵਾਂ। 50 ਸਾਲਾਂ ਵਿੱਚ ਕੋਈ ਤਾਂ ਕੰਪਲੇਂਟ ਕਰਨ ਵਾਲਾ ਬੰਦਾ ਹੋਊਗਾ, 3.25 ਕਰੋੜ ਆਬਾਦੀ 'ਚੋਂ, ਕਿ ਇਹਨਾਂ ਨੇ ਸਾਡੇ ਕੋਲੋਂ ਕੋਈ ਠੱਗੀ ਠੋਰੀ ਬਾਰੀ, ਕੋਈ ਚਲੋ 50,000 ਦੀ ਕੰਪਲੇਂਟ ਕੋਈ ਕੱਢ ਕੇ ਦਿਖਾ ਦੇਣ 50 ਸਾਲਾਂ ਵਿੱਚ, ਕਿਸੇ ਤਰ੍ਹਾਂ ਦਾ ਕਰਪਸ਼ਨ ਦਾ ਕੋਈ ਸਕੈਂਡਲ, ਨਥਿੰਗ ਐਟ ਆਲ। ਜੋ ਕੁਝ ਸਰਕਾਰਾਂ ਕਰ ਰਹੀਆਂ ਨੇ, ਸਮੇਂ ਦੀਆਂ ਸਰਕਾਰਾਂ, ਉਹ ਕਿਉਂਕਿ ਮੈਂ ਲੋਕਾਂ ਦੇ ਹਕੂਕ ਦੀ ਗੱਲ ਕਰਦਾ, ਬੇਇਨਸਾਫੀ ਦੇ ਖਿਲਾਫ ਬੋਲਦਾ, ਸਰਕਾਰ ਦੇ ਖਿਲਾਫ ਬੋਲਦਾ, ਉਦੋਂ ਮੇਰੀ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਬਣਾਉਂਦੀ ਹੈ। ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਮੇਰੇ ਤੇ 6-7 ਪਰਚੇ ਦਰਜ ਕੀਤੇ, ਉਹ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਹਾਈ ਕੋਰਟ ਨੇ ਸਾਰੇ ਕੁਆਸ਼ ਕੀਤੇ।
ਹੁਣ ਜਦੋਂ ਪਿਛਲੀ ਕਰੰਟ ਟੈਨਿਓਰ ਵਿੱਚ ਮੈਂ ਰਾਣਾ ਗੁਰਜੀਤ ਸਿੰਘ ਮਾਈਨਿੰਗ ਮਾਫੀਆ ਮਿਨਿਸਟਰ ਦੇ ਖਿਲਾਫ ਸਕੈਂਡਲ ਦੇ ਖਿਲਾਫ ਆਵਾਜ਼ ਉਠਾਈ, ਉਹਨੂੰ ਅਸਤੀਫਾ ਦੇਣਾ ਪਿਆ। ਉਹਨਾਂ ਨੇ ਮੇਰੇ ਤੇ ਨਜ਼ਲਾ ਸੁੱਟਦੇ ਹੋਏ ਸਰਕਾਰ ਨੇ ਮੇਰੇ ਤੇ ਡਰੱਗਸ ਦਾ ਇੱਕ ਬਹੁਤ ਵੱਡਾ ਮਾਮਲਾ ਕ੍ਰੀਏਟ ਕੀਤਾ, ਐਬਸੋਲੂਟਲੀ ਫਾਲਸ ਫ੍ਰਿਵਲਸ, ਔਰ ਉਹ ਫਿਰ ਸੁਪਰੀਮ ਕੋਰਟ ਆਫ ਇੰਡੀਆ ਨੇ ਉਸ ਨੂੰ ਸਟੇ ਕਰਤੀ ਪ੍ਰੋਸੀਡਿੰਗਸ। ਹੁਣ ਜਦ ਸੁਪਰੀਮ ਕੋਰਟ ਦੀਆਂ ਪ੍ਰੋਸੀਡਿੰਗਸ ਕਿਸੇ ਡਰੱਗ ਮਾਮਲੇ ਵਿੱਚ ਸਟੇਟ ਨੇ, ਇਹ ਈਡੀ ਦਾ ਰੇਡ ਉਸੇ ਹੀ ਮਾਮਲੇ ਦੇ ਵਿੱਚ ਦੁਬਾਰਾ ਮੇਰੇ ਘਰਾਂ ਦੇ ਵਿੱਚ, ਮੇਰੇ ਪਿੰਡ ਛਾਪਾਮਾਰੀ ਕੀਤੀ, ਮੇਰੇ ਚੰਡੀਗੜ੍ਹ ਘਰ ਵਿੱਚ ਕੀਤੀ, ਮੇਰੇ ਸਨ ਇਨ ਲਾਅ ਦੇ ਦਿੱਲੀ ਦੇ ਰਿਹਾਇਸ਼ ਵਿੱਚ ਉਹਨਾਂ ਨੇ ਕੀਤੀ। ਉਸੇ ਡਰੱਗਸ ਮਾਮਲੇ ਨੂੰ ਕਹਿ ਰਹੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ, ਤੇ ਮੈਨੂੰ ਨਹੀਂ ਕਿਹਾ, ਅਖਬਾਰਾਂ ਨੂੰ ਫੀਡ ਕੀਤਾ ਕਿ ਡਰੱਗਸ ਦੇ ਮਾਮਲੇ ਵਿੱਚ ਰੇਡ ਕੀਤਾ, ਜਦ ਕਿ ਇਸ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੈ। ਔਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਮਧੋਲ ਕੇ ਰੱਖ ਜਾਣਾ ਸਰਕਾਰਾਂ ਨੇ ਅੰਦਰ, ਦੇਸ਼ ਵਿਆਪਕ ਹੋ ਰਹੀ ਹੈ, ਕਹਿੰਦੇ ਮੇਰੇ ਤੇ ਨਹੀਂ, ਠੀਕ ਹੈ, ਮੇਰੇ ਤੇ ਉਹਨਾਂ ਨੇ ਹਰਾਸਮੈਂਟ ਕੀਤੀ, ਸਰਚ ਕੀਤਾ, ਉਹ ਕੀਤਾ, ਆਹ ਕੀਤਾ, ਅਖਬਾਰਾਂ 'ਚ ਇੱਕ ਵਿਲੀਫਿਕੇਸ਼ਨ ਤੇ ਕੈਰੈਕਟਰ ਅਸੈਸੀਨੇਸ਼ਨ ਕੈਂਪੇਨ ਚਲਾਇਆ। ਪਰ ਜਿਹਨਾਂ ਲੋਕਾਂ ਨੂੰ ਟੌਰਚਰ ਕੀਤਾ, ਜਿਨ੍ਹਾਂ ਨੂੰ ਨੋਦੀਪ ਵਰਗੀਆਂ ਦੇ ਪ੍ਰਾਈਵੇਟ ਪਾਰਟਸ ਤੇ ਹਮਲਾ ਕੀਤਾ, ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ, ਮੇਰੀ ਹਮਦਰਦੀ ਉਹਨਾਂ ਦੇ ਨਾਲ ਵੀ ਆ, ਉਹਨਾਂ ਵਾਸਤੇ ਮੇਰੀ ਆਵਾਜ਼ ਹਰ ਵਕਤ ਉੱਠਦੀ ਰਹੇਗੀ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਪਹਿਲਾਂ ਆਪਾਂ ਮਨੀ ਲਾਂਡਰਿੰਗ ਦੀ ਗੱਲ ਕਰ ਲਈਏ। ਮਨੀ ਲਾਂਡਰਿੰਗ ਮੇਰੇ ਸਤਿਕਾਰਯੋਗ ਵੀਰੋ ਤੇ ਭੈਣੋ ਕੀ ਹੁੰਦੀ ਹੈ? ਮਨੀ ਲਾਂਡਰਿੰਗ ਇਸ ਜਿਹੜੇ ਲੋਕ ਵੱਡੇ ਕਾਰਪੋਰੇਟ ਹਾਊਸਸ, ਅਮੀਰ ਆਦਮੀ, ਤਾਕਤਵਰ ਪੋਲੀਟੀਕਲ ਆਦਮੀ ਜਿਨ੍ਹਾਂ ਨੇ ਰਾਜ ਸੱਤਾ ਭੋਗੀ ਆ, ਉਹ ਆਪਣਾ ਕਾਲਾ ਧਨ ਵਿਦੇਸ਼ਾਂ ਵਿੱਚ ਦੀ ਘੁਮਾਉਂਦੇ ਨੇ। ਉਹਨਾਂ ਦੇ ਆਫਸ਼ੋਰ ਅਕਾਊਂਟਸ ਹੁੰਦੇ ਨੇ, ਬਹੁਤ ਸਾਰੇ ਲੋਕਾਂ ਦੇ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਅਕਾਊਂਟ ਹੈ, ਕਈਆਂ ਦੇ ਬਹਾਮਾਸ ਤੇ ਜਿਹੜੇ ਕੈਰੇਬੀਅਨ ਆਈਲੈਂਡਸ ਆ ਉੱਥੋਂ ਦੀ ਆਫਸ਼ੋਰ ਅਕਾਊਂਟਸ ਘੁਮਾ ਕੇ ਪੈਸਾ ਉਧਰੋਂ ਦੀ ਘੁਮਾ ਕੇ, ਜਾਂ ਦੁਬਈ ਵਗੈਰਾ ਜਿੱਥੇ ਕੋਈ ਪੁੱਛਗਿੱਛ ਨਹੀਂ ਕਰਦਾ, ਸੈਂਕੜੇ ਹਜ਼ਾਰਾਂ ਕਰੋੜਾਂ ਰੁਪਏ ਨੂੰ, ਉਹਨੂੰ ਕਹਿੰਦੇ ਨੇ ਮਨੀ ਲਾਂਡਰਿੰਗ। ਤੇ ਮੇਰੇ ਖਿਲਾਫ ਜਿਹੜੀ ਕੱਲ ਸੀਜਰ ਤੋਂ ਬਾਅਦ ਜਿਹੜੀ ਰਿਪੋਰਟ ਬਣਾਈ, ਜਿਹੜਾ ਪੰਚਨਾਮਾ ਕਹਿੰਦੇ ਨੇ, ਉਹਦੇ 'ਚ ਕੀ ਇਲਜ਼ਾਮ ਲਾ ਰਹੇ ਨੇ? ਮੇਰੇ ਘਰੋਂ 2 ਡਾਇਰੀਜ਼ ਜਿਹੜੀਆਂ ਕਿ ਮੇਰੀ ਵਾਈਫ ਨੇ ਮੇਨਟੇਨ ਕੀਤੀਆਂ ਸੀ ਆਪਣੇ ਬੱਚਿਆਂ ਦੀ ਸ਼ਾਦੀ ਦੀ, ਉਹਦੇ 'ਚ ਕੀ ਡਿਟੇਲ ਸੀ ਕਿ ਖਾਣੇ ਵਾਲਿਆਂ ਨੂੰ ਕਿੰਨਾ ਪੈਸਾ ਦਿੱਤਾ, ਜਿਹੜੇ ਕੋਈ ਡੈਕੋਰੇਸ਼ਨ ਵਾਲੇ ਸੀ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ, ਲਾਈਟ ਐਂਡ ਸਾਊਂਡ ਵਾਲਿਆਂ ਨੂੰ ਕਿੰਨਾ ਪੈਸਾ ਦਿੱਤਾ, ਉਹ ਸਾਰੀਆਂ ਡਾਇਰੀਆਂ ਸੀਜ਼ ਕਰਕੇ ਲੈ ਗਏ ਨੇ। ਔਰ 2 ਸ਼ਾਦੀਆਂ ਮੈਂ ਕੀਤੀਆਂ, ਪਹਿਲਾਂ ਆਪਣੀ ਬੇਟੀ ਦੀ ਕੀਤੀ, ਫਿਰ ਆਪਣੇ ਬੇਟੇ ਦੀ, ਔਰ ਉਹ ਸਾਰਾ ਪਰਸਨਲ ਰਿਕਾਰਡ ਚੱਕ ਕੇ, ਔਰ ਤੁਸੀਂ ਹੈਰਾਨ ਹੋਵੋਗੇ, ਇੱਕ WhatsApp ਮੇਰੀ ਬੇਟੀ ਨੇ ਮੈਨੂੰ, ਜਾਂ ਮੈਂ ਭੇਜਿਆ ਆਪਣੀ ਬੇਟੀ ਨੂੰ ਮੈਸੇਜ ਸਿਮਰ ਨੂੰ ਕਿ ਮੇਰਾ ਇੱਕ MLA ਆ ਪਿਰਮਲ ਸਿੰਘ ਭਦੌੜ, ਉਹਨੇ 3 ਕੈਂਸਰ ਪੇਸ਼ੈਂਟਸ ਦੀ ਡਿਟੇਲ ਮੈਨੂੰ ਫਾਰਵਰਡ ਕੀਤੀ, ਕਿਉਂਕਿ ਮੇਰੀ ਬੇਟੀ ਕਹਿ ਰਹੀ ਸੀ ਕਿ ਮੈਂ ਵੀ ਕੋਈ ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹਾਂ। ਉਹਨਾਂ ਨੇ ਚਲੋ ਜਿਹੜਾ ਦਿੱਲੀ 'ਚ ਪਾਇਆ ਉਹ ਲੱਗ ਗਿਆ, ਪਰ ਕਹਿੰਦੀ ਹੋਰ ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਤਾਂ ਉਹਦੇ 'ਚ ਜਿਹੜਾ 3 ਕੈਂਸਰ ਪੇਸ਼ੈਂਟਸ ਦਾ ਰਿਕਾਰਡ ਸੀ, WhatsApp ਚੈਟ ਸੀਗੀ, ਜਿਨ੍ਹਾਂ ਪਰਿਵਾਰਾਂ ਨੂੰ ਉਹਨਾਂ ਨੇ 20-25 ਹਜ਼ਾਰ ਰੁਪਇਆ ਉਹਨਾਂ ਦੇ ਅਕਾਊਂਟਸ ਵਿੱਚ ਪਾਇਆ। ਉਹ ਜਿਹੜੀ ਉਹਨਾਂ ਦੀ ਅਕਾਊਂਟ ਡਿਟੇਲ ਸੀ, ਉੱਤੇ ਲਿਖਿਆ ਵਾ ਕੈਂਸਰ ਪੇਸ਼ੈਂਟ ਅਕਾਊਂਟ ਡਿਟੇਲਸ, ਉਹ ਵੀ WhatsApp ਦੀ ਚੈਟ ਬਣਾ ਕੇ ਮਨੀ ਲਾਂਡਰਿੰਗ ਦੇ ਵਿੱਚ ਪਾ ਕੇ ਉਹ ਲੈ ਕੇ ਗਏ ਨੇ। ਕਈ ਪੇजेस ਦੇ ਉੱਤੇ ਲਿਖਿਆ ਸੀਗਾ ਕਿ ਸ਼ਾਦੀ ਦੇ ਦੌਰਾਨ ਕਿ ਅਸੀਂ ਸ਼ਗਨ ਵਿੱਚ 25 ਡੱਬੇ ਲੱਡੂਆਂ ਦੇ ਲੈ ਕੇ ਜਾਣੇ ਨੇ, ਜਾਂ ਕਾਜੂ ਦੀ ਬਰਫੀ ਲੈ ਕੇ ਜਾਣੀ, ਜਾਂ ਡਰਾਈ ਫਰੂਟ ਲੈ ਕੇ ਜਾਣਾ, ਉਹਦੇ ਫਿਰ ਮੇਰੇ ਸਾਈਨ ਕਰਾਏ। ਇਸ ਦਿਸ ਮਨੀ ਲਾਂਡਰਿੰਗ। ਔਰ ਮਨੀ ਲਾਂਡਰਿੰਗ ਮੈਂ ਕਹਿਣਾ ਚਾਹੁੰਦਾ ਕਿ ਉਸ ਮੈਂ ਪ੍ਰਮਾਤਮਾ ਵਾਹਿਗੁਰੂ ਤੋਂ ਡਰ ਕੇ ਕਹਿੰਦਾ, ਮੈਂ ਸਾਰੀ ਜ਼ਿੰਦਗੀ 'ਚ ਕਦੀ ਕੋਈ ਗਲਤ ਕੰਮ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਫਿਰ ਮੈਂ ਉਹਨੂੰ ਆਵਾਜ਼ਾਂ ਸਾਰੇ ਪੰਜਾਬ 'ਚ ਉੱਠਣੀਆਂ ਚਾਹੀਦੀਆਂ ਸੀ। ਸੋ ਪਰਸਨਲ ਮੈਂ ਆਪਣੀ ਗੱਲ ਕਹਿਣਾ ਚਾਹੁੰਦਾ, ਹਾਲਾਂਕਿ ਇਹ ਫੋਰਮ ਨਹੀਂਗਾ, ਪਰ ਸਿਰਫ ਤੁਹਾਨੂੰ ਦੱਸਣ ਵਾਸਤੇ ਕਿ ਮਨੀ ਲਾਂਡਰਿੰਗ ਕੀ ਹੁੰਦੀ ਆ ਤੇ ਮੇਰੇ ਤੇ ਕੀ ਇਲਜ਼ਾਮ ਲਾ ਰਹੇ ਨੇ। ਮੈਂ ਜੋ ਕੁਝ ਵੀ ਪਿਛਲੇ ਸਮੇਂ 'ਚ ਕੀਤਾ, ਆ ਸਾਰਾ ਕੁੱਲ ਮਿਲਾ ਕੇ ਜੋ ਆਪਣੇ ਜ਼ਿੰਮੇਵਾਰੀਆਂ ਅਦਾ ਕੀਤੀਆਂ ਐਜ਼ ਅ ਪੇਰੈਂਟ, ਮੇਰੇ ਤੇ ਇਸ ਵਕਤ ਆਲਮੋਸਟ ਕੋਈ 2-2.5 ਕਰੋੜ ਰੁਪਏ ਦਾ ਕਰਜ਼ਾ ਵਾ। ਜਿਹੜੇ ਬੰਦੇ ਤੇ ਕਰਜ਼ਾ ਹੋਣਾ, ਔਰ ਇਹ ਕਰਜ਼ਾ ਔਨ ਰਿਕਾਰਡ ਹੈ। ਮੇਰੀਆਂ ਐਗਰੀਕਲਚਰ ਜਿਹੜੀ ਲੈਂਡ ਹੈ ਸਾਡੀ, ਉਹਨੂੰ ਗਿਰਵੀ ਰੱਖ ਕੇ ਬੈਂਕਾਂ ਤੋਂ ਐਗਰੀਕਲਚਰ ਲਿਮਿਟਸ ਬਣਾਈਆਂ ਹੋਈਆਂ ਸੀ, ਉਹਦਾ 10% ਵਿਆਜ ਲੱਗਦਾ ਹਰ ਸਾਲ। ਹੁਣ 2-2.5 ਕਰੋੜ ਨੂੰ 20-25 ਲੱਖ ਰੁਪਏ ਵਿਆਜ ਲੱਗਦਾ। ਮੇਰੇ ਕੋਲ ਕਈ ਵਾਰ ਵਿਆਜ ਦੇਣ ਦੇ ਪੈਸੇ ਨਹੀਂ ਹੁੰਦੇ, ਤਾਂ ਮੈਂ ਆਪਣੇ ਦੋਸਤਾਂ ਮਿੱਤਰਾਂ ਕੋਲੋਂ, ਰਿਸ਼ਤੇਦਾਰਾਂ ਕੋਲੋਂ, ਆਪਣੀ ਬੇਟੀ ਜਾਂ ਆਪਣੇ ਪਰਿਵਾਰ ਦੇ ਮੈਂਬਰਸ ਕੋਲੋਂ ਉਹ ਪੈਸਾ ਫੜ ਕੇ ਤੇ ਮੈਂ ਉਹਦਾ ਇੰਟਰਸਟ ਭਰਦਾ। ਜੇ ਮੇਰੇ ਕੋਲ ਇੱਦਾਂ ਹੀ ਪੈਸਾ ਹੋਵੇ ਤਾਂ ਪਹਿਲਾਂ ਤਾਂ ਮੈਂ ਆਪਣੀ ਲਿਮਿਟਸ ਭਰਾਂ। ਮੈਂ 20-25 ਲੱਖ ਰੁਪਏ ਬੈਂਕ ਨੂੰ ਕਿਉਂ ਅਦਾ ਕਰਾਂ? ਇਸ ਕਰਕੇ ਉਹਨਾਂ ਨੂੰ ਕੁਝ ਨਹੀਂ ਮਿਲਿਆ। ਔਰ ਮੇਰੇ ਪਿੰਡ ਵਿੱਚ ਬਹੁਤ ਸਾਰੀਆਂ ਸਰਚਸ, ਬਹੁਤ ਬੇਤੁਕੀਆਂ ਗੱਲਾਂ ਨੂੰ ਮਨੀ ਲਾਂਡਰਿੰਗ ਨਾਲ ਜੋੜ ਕੇ ਐਵੇਂ ਉਹ ਆਪਣਾ ਡਿਟੇਲ ਬਣਾ ਕੇ ਲੈ ਗਏ। ਉਹਨਾਂ ਨੂੰ ਸੰਗ ਆਉਂਦੀ ਸੀ ਕਿ ਹੁਣ ਅਸੀਂ ਕੀ ਕਵਾਂਗੇ ਕਿ ਅਸੀਂ ਮਨੀ ਲਾਂਡਰਿੰਗ ਦੇ ਆਧਾਰ ਦੇ ਉੱਤੇ ਆਏ, ਤੇ ਲੱਭਿਆ ਕੀ? ਹੁਣ ਆ ਗਈ ਡਰੱਗਸ ਦੀ ਗੱਲ। ਡਰੱਗਸ ਦੇ ਵਿੱਚ ਇੱਕ ਨਵੇਂ ਪੈਸੇ ਦਾ ਉਹਨਾਂ ਦੇ ਕੋਲ ਕੋਈ ਰਿਕਾਰਡ ਨਹੀਂ ਸੀ, ਇੱਕ ਨਵੇਂ ਪੈਸੇ ਦਾ। ਬਟ ਅਖਬਾਰਾਂ ਲਿਖੀ ਜਾਂਦੀਆਂ ਨੇ, ਖੈਰਾਜ਼ ਹਾਊਸ ਰੇਡਡ ਫॉर ਮਨੀ ਲਾਂਡਰਿੰਗ ਐਂਡ ਡਰੱਗਸ। ਮੇਰੀ ਉਸ ਮੀਡੀਆ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਕਿਸੇ ਦਾ ਕੈਰੈਕਟਰ ਅਸੈਸੀਨੇਟ ਕਰਨ ਲੱਗੇ, ਕਲਮ ਨਾਲ ਲਿਖਣ ਲੱਗੇ, 2 ਮਿੰਟ ਸੋਚਿਆ ਕਰੋ। ਅਗਰ ਇਹੀ ਇਲਜ਼ਾਮ ਤੁਹਾਡੇ ਤੇ ਲੱਗਦੇ ਹੋਣ ਤੇ ਹੋਣ ਬੇਬੁਨਿਆਦ, ਤੇ ਤੁਹਾਡੇ ਤੇ ਕੀ ਬੀਤਦੀ ਹੋਵੇਗੀ।
ਇਸ ਲਈ ਮੇਰੇ ਵੀਰੋ ਭੈਣੋ ਸਤਿਕਾਰਯੋਗ ਵਿਸ਼ਵ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਅੱਗੇ ਸਿਰ ਝੁਕਾਉਣਾ ਵਾ। ਤੁਸੀਂ ਸਭ ਨੇ ਮੇਰੀ ਬੜੀ ਮਦਦ ਕੀਤੀ, ਅੱਜ ਦੀ ਨਹੀਂ ਲਗਾਤਾਰ। ਜੇ ਤੁਸੀਂ ਸਾਥ ਨਾ ਦਿੰਦੇ ਹੁੰਦੇ ਤਾਂ ਹੁਣ ਤੱਕ ਤਾਂ ਮੈਨੂੰ ਮਧੋਲ ਕੇ ਰੱਖ ਦੇਣਾ, ਸਰਕਾਰਾਂ ਨੇ ਅੰਦਰ ਸੁੱਟ ਦੇਣਾ ਸੀਗਾ। ਪਰ ਪਿੱਛੇ ਕੀ ਕਹਿੰਦੇ ਹੁੰਦੇ ਆ, ਆਵਾਜ਼ੇ ਖਲਕਤ ਨਗਾਰਾ ਖੁਦਾ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼। ਤੁਹਾਡੀਆਂ ਅਰਦਾਸਾਂ ਇੰਨੀਆਂ ਕੰਮ ਆਈਆਂ ਕਿ ਮੈਂ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿੱਚ ਦੀ ਲੰਘ ਗਿਆ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਜਦੋਂ ਮੇਰੇ ਤੇ ਹਮਲਾ ਕੀਤਾ ਗਿਆ, ਆਹੀ ਇਲਜ਼ਾਮ ਡਰੱਗਸ, ਮਨੀ ਲਾਂਡਰਿੰਗ ਐਟਸੈਟਰਾ ਐਟਸੈਟਰਾ। ਪਰ ਉਹ ਤੁਹਾਡੇ ਅਰਦਾਸਾਂ ਦੇ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਸ ਨੂੰ ਸਟੇ ਕੀਤਾ। ਇਹਦੇ ਦੌਰਾਨ ਬੜੇ ਜੱਜਸ ਦੇ ਸਕੈਂਡਲ ਐਕਸਪੋਜ਼ ਕੀਤੇ। ਉਹਦੀ ਆਡੀਓ ਕਲਿੱਪ ਆਈ ਜਿਸ ਨੇ ਮੇਰੇ ਖਿਲਾਫ ਹਾਈ ਕੋਰਟ ਦਾ ਫੈਸਲਾ ਦਿੱਤਾ ਸੀਗਾ। ਉਹਦੀ ਆਡੀਓ ਕਲਿੱਪ ਕਿ 35 ਲੱਖ ਰੁਪਇਆ ਉਸਨੇ ਇੱਕ ਆਦਮੀ ਕੋਲੋਂ ਕੰਮ ਰਿਸ਼ਵਤਖੋਰੀ ਚ ਲਿਆ। ਸਰਕਾਰ ਨੇ ਉਹਨੂੰ ਕੁਝ ਨਹੀਂ ਕੀਤਾ, ਉਹਨੂੰ ਤੋਹਫਾ ਦਿੱਤਾ। ਉਹਨੂੰ ਬਾਅਦ ਵਿੱਚ ਐਜੂਕੇਸ਼ਨ ਟ੍ਰਿਬਿਊਨਲ ਦਾ ਉਹਨੂੰ ਮੈਂਬਰ ਬਣਾ ਦਿੱਤਾ ਵਾ, ਉਸੇ ਜੱਜ ਨੂੰ ਜਿਹਨੇ ਮੇਰੇ ਕੇਸ ਨੂੰ ਰਿਜੈਕਟ ਕਰਨ ਲਈ, ਡਿਸਮਿਸ ਕਰਨ ਲਈ ਪੈਸਾ ਲਿਆ ਸੀਗਾ। ਸੋ ਕੜੀ ਨਾਲ ਕੜੀ ਉਹ ਜੁੜ ਗਈ ਸੀ। ਇਸ ਕਰਕੇ ਮੈਂ ਇਹ ਪ੍ਰਣ ਕਰਦਾ ਵਾਂ ਕਿ ਇਹ ਜਿਹੜੀ ਆਵਾਜ਼ ਪਹਿਲਾਂ ਬੋਲਦੇ ਨੇ, ਚੱਕਦੇ ਰਹੇ ਨਵਰੀਤ ਦੇ ਹੱਕ ਵਿੱਚ, ਹਿਊਮਨ ਰਾਈਟ ਐਕਟਿਵਿਸਟ ਦੇ, ਇਹ ਹੋਰ ਤੇਜ਼ ਕਰਾਂਗੇ। ਔਰ ਮੈਂ ਦੋ ਕੁ ਦਿਨ ਤੋਂ ਬਾਅਦ ਮੈਂ ਪ੍ਰੋਗਰਾਮ ਦੇਣਾ ਵਾ ਤੇ ਮੈਂ ਉਸੇ ਕਿਸਾਨ ਅੰਦੋਲਨ ਵਿੱਚ ਜਾਣਾ ਵਾ ਦੁਬਾਰਾ। ਜੇ ਬੀਜੇਪੀ ਜਾਂ ਸਰਕਾਰ ਇਹ ਸਮਝਦੀ ਆ ਕਿ ਤੁਸੀਂ ਇਦਾਂ ਦੀਆਂ ਗਿੱਦੜ ਭੁੱਕੀਆਂ ਦੇ ਨਾਲ ਪਰਚੇ ਦਰਜ ਕਰਕੇ ਸਾਡੇ ਰੇਡ ਮਾਰ ਕੇ ਤੁਸੀਂ ਇਸ ਗੱਲ ਤੋਂ ਸਾਨੂੰ ਪਿੱਛੇ ਹਟਾ ਦੋਗੇ, ਤੁਸੀਂ ਨਹੀਂ ਹੀ ਹਟਾ ਸਕਦੇ। ਜਾਨ ਤਾਂ ਸਭ ਨੇ ਇੱਕ ਦਿਨ ਦੇਣੀ ਹੈ ਉਸ ਪਰਮਾਤਮਾ ਵਾਹਿਗੁਰੂ ਨੂੰ, ਸਭ ਨੇ ਚਲੇ ਜਾਣਾ ਮੇਰੇ ਵੀਰੋ ਇੱਥੋਂ, ਕਿਸੇ ਨੇ ਨਹੀਂ ਰਹਿਣਾ ਪੱਕੇ ਤੌਰ ਤੇ। ਇਸ ਲਈ ਜਦੋਂ ਆਪਾਂ ਆਪਣੀ ਜ਼ਮੀਰ ਵੇਚ ਦਿੰਨੇ ਆ ਜਾਂ ਘਬਰਾ ਜਾਂਦੇ ਜਾਂ ਡਰ ਜਾਂਦੇ ਆ, ਫਿਰ ਅੰਦਰੋਂ ਆਦਮੀ ਅਲਟੀਮੇਟਲੀ ਇੱਕ ਉਹਦੀ ਕਾਇਰਾਂ ਵਾਲੀ ਮੌਤ ਹੋ ਜਾਂਦੀ ਆ। ਸੋ ਕਾਇਰਾਂ ਨਾਲੋਂ ਮਰਨ ਨਾਲੋਂ ਜੁਰਤ ਨਾਲ ਗੱਲ ਕਹਿ ਕੇ, ਆਪਣੀ ਪੂਰੀ ਗੱਲ ਪੱਖ ਰੱਖ ਕੇ, ਅਗਰ ਤੁਹਾਡਾ ਨੁਕਸਾਨ ਨਹੀਂ ਹੁੰਦਾ ਤਾਂ ਫਿਰ ਦੇਖੀ ਜਾਊਗੀ। ਮੈਨੂੰ ਕੋਈ ਜੇਲ੍ਹ ਜਾਣ ਤੋਂ ਵੀ ਡਰ ਨਹੀਂ। ਅਗਰ ਉਹਨਾਂ ਨੂੰ ਲੱਗਦਾ ਨਾ ਕਿ ਕੋਈ ਕਿਸੇ ਨੂੰ ਜੇਲ੍ਹ ਭੇਜ ਕੇ ਬਹੁਤ ਵੱਡਾ ਅਸੀਂ ਪ੍ਰਾਪਤ ਕਰ ਲਾਂਗੇ, ਡਜ਼ਨਟ ਅਫੈਕਟ ਮੀ। ਕਿਉਂਕਿ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਮੈਂ ਜਦੋਂ ਛੋਟਾ ਹੀ ਸੀਗਾ, ਐਮਰਜੈਂਸੀ ਵਿੱਚ ਉਹਨਾਂ ਨੇ ਪਹਿਲਾਂ 19 ਮਹੀਨੇ ਜੇਲ੍ਹ ਕੱਟੀ। ਮੈਂ ਛੋਟਾ ਜਿਹਾ ਸੀਗਾ ਜੋ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਮਿਲਣ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਸੀ। ਉਸ ਵੇਲੇ ਇੱਕ ਕਾਲਾ ਕਾਨੂੰਨ ਸੀਗਾ ਕਿ 1 ਸਾਲ ਤੁਸੀਂ ਵਿਦਆਊਟ ਗਿਵਿੰਗ ਐਨੀ ਸਾਈਨਿੰਗ ਐਨੀ ਰੀਜ਼ਨ ਔਰ ਐਨੀ ਅਪੀਲ ਤੁਸੀਂ ਕਿਸੇ ਨੂੰ ਵੀ ਡਿਟੇਨ ਕਰ ਸਕਦੇ ਹੋ। ਉਹ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਮੇਰੇ ਪਿਤਾ ਜੀ ਨੇ ਕਿੱਥੇ ਕਿੱਥੇ ਜੇਲ੍ਹਾਂ ਕੱਟੀਆਂ ਨੇ। ਇੱਕ ਪੂਰਾ ਸਾਲ ਅਗਰਤਲਾ ਵਿੱਚ, ਤ੍ਰਿਪੁਰਾ 'ਚ ਕੱਟਿਆ, ਵੈਸਟ ਬੰਗਾਲ ਤੋਂ ਪਰੇ ਇੱਕ ਛੋਟੀ ਜਿਹੀ ਸਟੇਟ। ਉਸ ਤੋਂ ਬਾਅਦ ਕਿਉਂਝਰ ਇਨ ਉੜੀਸਾ, ਫਤਿਹਪੁਰ ਸਿਕਰੀ ਇਨ ਉੱਤਰ ਪ੍ਰਦੇਸ਼, ਹਜ਼ਾਰੀਬਾਗ ਇਨ ਬਿਹਾਰ, ਐਂਡ ਤਿਹਾੜ ਜੇਲ੍ਹ ਬਹੁਤ ਲੰਬਾ ਅਰਸਾ, ਅੰਬਾਲੇ ਦੀ ਜੇਲ੍ਹ, ਚੰਡੀਗੜ੍ਹ ਦੀ ਬੁੜੈਲ ਜੇਲ੍ਹ, ਜਲੰਧਰ ਦੀ ਜੇਲ੍ਹ, ਕਪੂਰਥਲੇ ਦੀ ਜੇਲ੍ਹ। ਸੋ ਇਹਨਾਂ ਨੂੰ ਲੱਗਦਾ ਕਿ ਇਦਾਂ ਉਹ ਡਰਾ ਲੈਣਗੇ ਸਾਨੂੰ, ਨੈਵਰ ਐਵਰ। ਸੋ ਬਸ ਤੁਹਾਨੂੰ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਮੇਰੀ ਆਵਾਜ਼ ਕਾਇਮ ਹੈ। ਔਰ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਨਾ। ਜਿਹੜੀ ਪੋਲੀਟੀਕਲ ਪਾਰਟੀਆਂ ਲੀਡਰਾਂ ਨੇ ਕੀਤਾ, ਮੈਂ ਸਭ ਦੇ ਨਾਮ ਨਹੀਂ ਲੈ ਸਕ ਰਿਹਾ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ। ਤੇ ਦੁਨੀਆ ਭਰ 'ਚ ਵਰਲਡ ਵਾਈਡ ਜਿਹੜਾ ਲੋਕਾਂ ਨੇ ਸਾਡੇ ਲਈ ਅਰਦਾਸ ਕੀਤੀ ਆ, ਉਹਨਾਂ ਸਭ ਦਾ ਮੈਂ ਸ਼ੁਕਰੀਆ ਅਦਾ ਕਰਦਾ ਔਰ ਧੰਨਵਾਦ ਕਰਦਾ। ਔਰ ਮੈਂ ਉਸ ਪਰਮਾਤਮਾ ਵਾਹਿਗੁਰੂ ਦੇ ਤੋਂ ਡਰ ਕੇ ਕਹਿਣਾ ਕਿ ਇਹਨਾਂ ਚੋਂ ਕੱਖ ਨਹੀਂ ਨਿਕਲੇਗਾ ਔਰ ਆਪਾਂ ਬਿਲਕੁਲ ਕਲੀਨ ਐਂਡ ਨੀਟ, ਜਿੱਦਾਂ ਪਹਿਲਾਂ ਜੋ ਕੁਝ ਆਪਣੇ ਤੇ ਹਮਲੇ ਕੀਤਾ, ਆਪਾਂ ਉਹਦੇ ਚੋਂ ਬੇਦਾਗ ਹੋ ਕੇ ਨਿਕਲਾਂਗੇ ਤੁਹਾਡੀਆਂ ਅਰਦਾਸਾਂ ਦੇ ਨਾਲ ਤੇ ਉਸ ਵਾਹਿਗੁਰੂ ਦੇ ਉਹਦੀ ਅਪਾਰ ਕਿਰਪਾ ਦੇ ਸਦਕਾ। ਸੋ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਔਰ ਮੈਂ ਤੁਹਾਨੂੰ ਕਹੂੰਗਾ ਕਿ ਕਿਸੇ ਵੀ ਇਸ ਤਰ੍ਹਾਂ ਦੇ ਮਨਘੜਤ ਝੂਠੇ ਇਲਜ਼ਾਮਬਾਜ਼ੀ ਵਿੱਚ ਕੰਮ ਨਹੀਂ। ਕੁਝ ਲੋਕ ਬੜੇ ਸੜੇ ਜੇ ਨੇ ਫੇਸਬੁੱਕ ਤੇ, ਫਿਰ ਵੀ ਲਿਖੀ ਜਾਂਦੇ ਨੇ ਕਿ ਬੀਜੇਪੀ ਇਹਨੂੰ ਪਤਾ ਨਹੀਂ ਕੀ ਪਰਚਾ ਦਰਜ ਕਰਕੇ ਚਮਕਾ ਰਹੀ ਹੈ, ਹੀਰੋ ਬਣ ਰਹੀ ਹੈ। ਫੇਸਬੁੱਕ ਤੇ ਇਦਾਂ ਦੀਆਂ ਕਰਤੂਤ ਭੈੜੀਆਂ ਗੱਲਾਂ ਲਿਖ ਕੇ ਤੁਹਾਨੂੰ ਪਤਾ ਇਹਦਾ ਕੀ ਹਸ਼ਰ ਹੁੰਦਾ। ਤੁਹਾਡੇ ਕਦੀ ਪਰਚਾ ਦਰਜ ਹੋਇਆ ਵਾ? ਤੁਹਾਡੇ ਘਰ ਕਦੀ ਵਰਦੀ ਧਾਰਿਆਂ ਨੇ ਆਣ ਕੇ ਤੁਹਾਡੀਆਂ ਔਰਤਾਂ ਤੇ ਤੁਹਾਡੇ ਪਰਿਵਾਰ ਦੇ ਸਾਹਮਣੇ ਰੇਡ ਕੀਤਾ ਵਾ? ਕਦੀ ਜੇਲ੍ਹ ਜਾ ਕੇ ਦੇਖਿਆ ਵਾ? ਕਦੀ ਕਿਸੇ ਥਾਣੇ ਵਿੱਚ ਵੀ ਜਾ ਕੇ ਦੇਖਿਆ ਵਾ? ਫੇਸਬੁੱਕ ਤੇ ਤਾਂ ਲਿਖਣਾ ਬੜਾ ਸੌਖਾ ਕਿ ਫਲਾਣੇ ਨੇ ਆਹ ਕਰਤਾ ਜੀ, ਇਹ ਤਾਂ ਮੈਨੂੰ ਕੁਝ ਲੋਕ ਕਹਿੰਦੇ ਡਰੱਗ ਮਾਫੀਆ ਦਾ ਨਾਲ। ਜੇ ਡਰੱਗ ਮਾਫੀਆ ਨਾਲ ਰਹਿਣਾ ਕੋਈ ਤਾਂ ਸਬੂਤ ਤਾਂ ਦਿਓ ਫਿਰ ਮੇਰੇ ਵੀਰੋ। ਦੇਅਰਫੋਰ ਇਹ ਤੋਂ ਜ਼ਿਆਦਾ ਮੈਂ ਉਹਨਾਂ ਬਾਰੇ ਵੀ ਨਹੀਂ ਕਰਨਾ ਚਾਹੁੰਦਾ। ਉਹਨੂੰ ਕਹਿਣਾ ਇਸ ਹੇਟ ਮੌਂਗਰਸ ਨੂੰ, ਟ੍ਰੋਲਰਸ ਨੂੰ, ਜਿਹੜੇ ਅੰਨੇ ਜਿਹੇ ਭਗਤ ਬਣੇ ਫਿਰਦੇ ਆ ਫਜ਼ੂਲ ਲੋਕਾਂ ਦੇ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂਗਾ, ਪਲੀਜ਼ ਸਟਾਪ ਰਾਈਟਿੰਗ ਬੈਡ ਲੈਂਗੁਏਜ। ਮੈਂ ਵੀ ਤੁਹਾਡੀ ਅਗਰ ਚਾਹਾਂ ਮੈਂ ਤੁਹਾਡੀ ਇਕੱਲੇ ਦੀ ਸਕਰੀਨਸ਼ਾਟ ਪੁਲਿਸ ਨੂੰ ਹੈਂਡਓਵਰ ਕਰ ਸਕਦਾ, ਤੁਹਾਡੇ ਕੇਸ ਰਜਿਸਟਰ ਕਰਾ ਸਕਦਾ, ਬਟ ਆਈ ਡੂ ਨਾਟ ਇੰਡਲਜ ਇਨ ਦਿਸ ਪੋਲਿਟਿਕਸ ਆਫ ਵਿਲੀਫਿਕੇਸ਼ਨ, ਵਿੰਡੇਟਾ, ਵਿੰਡਿਕਟਿਵਨੈਸ। ਇਸ ਕਰਕੇ ਮੈਂ ਜੋ ਆਪਣਾ ਕੰਮ ਹੈ ਉਹ ਕਰਦੇ ਰਹਿਣਾ। ਤੇ ਆਉਣ ਵਾਲੇ ਦਿਨਾਂ 'ਚ ਕਿਸਾਨ ਅੰਦੋਲਨ ਵਿੱਚ ਆਪਾਂ ਜਦੋਂ ਜਾਣਾ ਵਾ, ਤੁਹਾਨੂੰ ਸਭ ਨੂੰ ਕਾਲ ਦਊਂਗਾ ਜਿਹੜੇ ਤੁਸੀਂ ਸਮਝਦੇ ਹੋ ਕਿ ਹਾਂ ਆਪਾਂ ਇਸ ਅੰਦੋਲਨ ਨੂੰ ਵੀ ਮਜ਼ਬੂਤ ਕਰਨਾ, ਆਪਣੇ ਨੌਜਵਾਨਾਂ ਦੀ ਹਿਫਾਜ਼ਤ ਵੀ ਕਰਨੀ। ਤੁਸੀਂ ਸਾਰੇ ਮੇਰੇ ਨਾਲ ਵੀ ਚੱਲਣ ਦਾ ਕਿਰਪਾਲਤਾ ਕਰਨੀ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸ਼ੁਕਰੀਆ।